ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਹਰਨਾਖਸ ਦੁਸਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹਰਨਾਖਸ ਨਾਣਾ ਲਾਉਣਾ ਹੈ, ਨੰਨਾ ਨਹੀਂ, ਤੇ ਸੱਸਾ ਪੂਰਾ ਲਾਉਣਾ ਹੈ ਲਾਸਟ ਵਿੱਚ। ਹਰਨਾਖਸ ਹਰਨਾਖਸ ਜ਼ਿਆਦਾ ਵੀ ਨਹੀਂ ਕੱਸਣਾ, ਖੱਖੇ ਦੀ ਜਿਹੜੀ ਹੈ ਉਹ ਆਵਾਜ਼ ਜ਼ਿਆਦਾ ਭਾਰੀ ਨਾ ਹੋ ਜਾਵੇ। ਹਰਨਾਖਸ ਦੁਸਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆ ਨਿੰਦਕਾ ਪਿੱਠ ਦੇ, ਨਾਮ ਦੇਉ ਮੁਖ ਲਾਇਆ। ਅਹੰਕਾਰੀਆ, ਇਹ ਪਾਠ ਬੋਲਣ ਲੱਗਿਆਂ ਦੋ ਗੱਲਾਂ ਦਾ ਧਿਆਨ ਰੱਖਣਾ ਹੈ। ਪਹਿਲਾਂ ਐੜਾ ਜ਼ਰੂਰ ਲਾਉਣਾ ਹੈ, ਹੰਕਾਰੀਆ ਨਹੀਂ ਕਹਿਣਾ। ਅਤੇ ਦੂਜਾ, ਕੱਕੇ ਦੀ ਜਿਹੜੀ ਆਵਾਜ਼ ਹੈ, ਧੁਨ ਹੈ, ਉਹ ਕੱਕੇ ਦੀ ਹੀ ਆਵੇ, ਘੱਗਾ ਨਾ ਬਣ ਜਾਵੇ। ਅਹੰਕਾਰੀਆ ਨਹੀਂ ਕਹਿਣਾ, ਇਹ ਬਹੁਤ ਧਿਆਨ ਦੇ ਨਾਲ ਪਾਠ ਕਰਨਾ ਹੈ। ਅਹੰਕਾਰੀਆ, ਬਹੁਤੇ ਗੁਰਮੁਖ ਹੰਕਾਰੀਆ ਪੜ੍ਹ ਜਾਂਦੇ ਨੇ ਜਾਂ ਹੰਕਾਰੀਆ ਐੜਾ ਖਾ ਜਾਂਦੇ ਨੇ, ਅਤੇ ਕੱਕੇ ਦੀ ਜਗ੍ਹਾ 'ਤੇ ਘੱਗੇ ਦੀ ਵਰਤੋਂ ਕਰ ਜਾਂਦੇ ਹਨ। ਸੋ ਇਹ ਧਿਆਨ ਰੱਖਣਾ। ਅਹੰਕਾਰੀਆ ਨਿੰਦਕਾ, ਨਿੰਦਕਾਂ ਬਿੰਦੀ ਨਹੀਂ ਲਾਉਣੀ, ਨਿੰਦਕਾ ਪਿੱਠ ਦੇ, ਦੱਦੇ ਨੂੰ ਲਾਂ, ਈੜੀ ਨੂੰ ਸਿਹਾਰੀ ਹੈ, ਇਸ ਕਰਕੇ ਈੜੀ ਸਿਹਾਰੀ ਦੀ ਆਵਾਜ਼ ਆਪਾਂ ਘੱਟ ਬੋਲਾਂਗੇ। ਇਹ ਲਘੂ ਮਾਤਰਾ ਹੈ। ਨਾਮ ਦੇਉ ਮੁਖ ਲਾਇਆ, ਦੇਉ ਉਸੇ ਤਰ੍ਹਾਂ ਦੱਦੇ ਨੂੰ ਲਾਂ ਹੈ, ਦੀਰਘ ਮਾਤਰਾ ਲੱਗੀ ਹੋਈ ਹੈ, ਊੜੇ ਨੂੰ ਔਂਕੜ ਲਘੂ ਮਾਤਰਾ ਹੈ, ਇਸ ਕਰਕੇ ਦੇਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਅੰਤ ਲਏ, ਲੈ ਨਹੀਂ ਕਹਿਣਾ। ਜੇ ਲੈ ਕਹਾਂਗੇ ਤਾਂ ਈੜੀ ਜਿਹੜੀ ਹੈ ਉਹ ਉਚਾਰਨ ਵਿੱਚ ਨਹੀਂ ਆਏਗੀ। ਲਏ ਲਏ, ਅੰਤ ਲਏ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰਸਾਦ। ਸਲੋਕ ਮਹੱਲਾ ਪਹਿਲਾ। ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਸੰਕੇਤ ਜਿਹੜੇ ਨੇ ਸੰਖੇਪ ਰੂਪ ਦੇ ਵਿੱਚ ਵਰਤੇ ਗਏ ਨੇ ਮਹੱਲਾ ਸ਼ਬਦ ਲਈ। ਮੰਮਾ ਮੁਕਤਾ, ਹਾਹਾ ਮੁਕਤਾ, ਲੱਲੇ ਕੰਨਾ, ਇਸ ਤਰ੍ਹਾਂ ਵੀ ਸਿਰਲੇਖ ਆਉਂਦੇ ਨੇ। ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਨੌਵਾਂ। ਪਰ ਇਸ ਤਰ੍ਹਾਂ ਵੀ ਜਿਹੜੀ ਹੈ ਉਹ ਵਰਤੋਂ ਕੀਤੀ ਗਈ ਹੈ। ਮੰਮੇ ਦੇ ਅੱਗੇ ਦੋ ਬਿੰਦੀਆਂ ਲਾ ਕੇ, ਗੋਲ ਬਿੰਦੀਆਂ ਲਾ ਕੇ ਵੀ ਵਰਤੋਂ ਕੀਤੀ ਗਈ ਹੈ। ਮਹੱਲਾ ਸ਼ਬਦ ਉਚਾਰਨ ਕਰਨਾ ਹੈ। ਸਲੋਕ ਮਹੱਲਾ ਪਹਿਲਾ, ਇੱਕ ਨਹੀਂ ਕਹਿਣਾ, ਪਹਿਲਾ ਕਹਿਣਾ। ਪੱਪਾ ਹਾਹੇ ਨੂੰ ਸਿਹਾਰੀ, ਲੱਲੇ ਕੰਨਾ, ਪਹਿਲਾ। ਸਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਪਾਠ ਆਇਆ ਭਇਆ, ਇਹਨੂੰ ਭਇਆ ਨਹੀਂ ਕਹਿਣਾ। ਭੱਬੇ 'ਤੇ ਦੁਲਾਈਆਂ ਲਾ ਕੇ ਐੜੇ ਕੰਨਾ ਭਇਆ, ਇਸ ਤਰ੍ਹਾਂ ਨਹੀਂ। ਭਿਆ ਵੀ ਨਹੀਂ ਕਹਿਣਾ, ਭੱਬੇ ਨੂੰ ਸਿਹਾਰੀ, ਐੜੇ ਕੰਨਾ ਵੀ ਨਹੀਂ ਕਹਿਣਾ। ਭਇਆ, ਭੱਬੇ ਨੂੰ ਮੁਕਤਾ ਰੱਖ ਕੇ ਈੜੀ ਨੂੰ ਸਿਹਾਰੀ ਲਾਉਣੀ ਹੈ। ਭਇਆ, ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਰਹਾਉ, ਦੋ ਪਾਠਾਂ ਦਾ ਧਿਆਨ ਰੱਖਣਾ ਹੈ। ਬਲਿਹਾਰੀ ਕੁਦਰਤ ਵਸਿਆ, ਇੱਥੇ ਸਿਹਾਰੀ ਲੱਲੇ ਨੂੰ ਲੱਗੀ ਹੋਈ ਹੈ, ਬੱਬੇ ਨੂੰ ਨਹੀਂ।
ਕਈ ਗੁਰਮੁਖ ਜਨ ਪਾਠ ਕਰਨ ਲੱਗਿਆ ਬਿਲਹਾਰੀ ਜਾਂ ਬਲਹਾਰੀ ਵੀ ਪੜ੍ਹ ਜਾਂਦੇ ਨੇ। ਲੱਲੇ ਦੀ ਜਿਹੜੀ ਸਿਹਾਰੀ ਹੈ ਉਹ ਉਚਾਰਨ ਨਹੀਂ ਕਰਦੇ। ਸੋ ਇੱਥੇ ਲੱਲੇ ਨੂੰ ਸਿਹਾਰੀ ਲਾਉਣੀ ਹੈ, ਬਲਿਹਾਰੀ ਥੋੜ੍ਹੀ ਜਿਹੀ ਸਿਹਾਰੀ ਲਾ ਕੇ ਆਪਾਂ ਪੜ੍ਹਾਂਗੇ, ਪਾਠ ਸੋਹਣਾ ਲੱਗਦਾ ਹੈ। ਬਲਹਾਰੀ ਜਾਂ ਬਿਲਹਾਰੀ ਨਹੀਂ ਕਰਨਾ, ਇਹ ਧਿਆਨ ਵਿੱਚ ਰੱਖਣਾ ਹੈ। ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਇਹ ਪਾਠ ਲਖਿਆ ਕਰਨਾ, ਇਹਨੂੰ ਲਿਖਿਆ ਨਹੀਂ ਪੜ੍ਹਨਾ। ਕਈ ਗੁਰਮੁਖ ਜਨ ਪਾਠ ਲਿਖਿਆ ਵੀ ਪੜ੍ਹ ਜਾਂਦੇ ਨੇ, ਲਿਖਿਆ ਨਹੀਂ ਪੜ੍ਹਨਾ, ਲਖਿਆ ਤੇ ਪੋਲਾ ਪੜ੍ਹਨਾ ਹੈ, ਲਖਿਆ ਨਹੀਂ ਕਹਿਣਾ, ਲਖਿਆ। ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਜਾਤ ਮਹਿ ਜੋਤ, ਜੋਤ ਮਹਿ ਜਾਤਾ। ਬਹੁਤ ਧਿਆਨ ਦੇ ਨਾਲ ਇਹ ਪਾਠ ਕਰਨੇ ਹਨ। ਮਹਿ, ਮਮਾ ਹਾਹੇ ਨੂੰ ਸਿਹਾਰੀ ਮਹਿ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਭਰਪੂਰ ਇਹ ਪਾਠ ਪਹਿਲਾਂ ਵੀ ਆਪਾਂ ਜੋ ਸੰਥਿਆ ਕਰ ਰਹੇ ਹਾਂ ਆਏ ਹਨ ਪਾਠ। ਕਈ ਗੁਰਮੁਖ ਜਨ ਪਾਠ ਭਰਪੂਰ ਪੜ੍ਹ ਜਾਂਦੇ ਨੇ। ਜਦੋਂ ਭਰਪੂਰ ਪੜ੍ਹਾਂਗੇ ਤਾਂ ਵਿਚਕਾਰ ਜੋ ਸ਼ਬਦ ਪੱਪਾ ਆਇਆ ਉਹ ਪੱਪਾ ਉਚਾਰਨ ਨਹੀਂ ਹੋਵੇਗਾ, ਭੱਬਾ ਹੋ ਜਾਏਗਾ। ਇਸ ਲਈ ਇਸ ਪਾਠ ਨੂੰ ਕਰਨ ਲੱਗਿਆਂ ਇਹ ਧਿਆਨ ਰੱਖਣਾ, ਭਰਪੂਰ 4 ਅੱਖਰਾਂ ਦਾ ਇਹ ਸ਼ਬਦ ਬਣਿਆ ਹੈ। ਇਹਨੂੰ 2-2 ਸ਼ਬਦਾਂ ਦੇ ਜੋੜੇ ਬਣਾ ਕੇ ਆਪਾਂ ਪੜ੍ਹਾਂਗੇ, ਸਿਰਫ ਪੜ੍ਹਨ ਵਾਸਤੇ, ਉਚਾਰਨ ਸਿੱਧ ਲਈ, ਤਾਂ ਕਿ ਪੱਪੇ ਦੀ ਜਿਹੜੀ ਸਾਊਂਡ ਹੈ ਉਹ ਪੱਪੇ ਦੀ ਹੀ ਰਹੇ, ਭੱਬਾ ਨਾ ਬਣੇ। ਭਰਪੂਰ, ਭਰਪੂਰ ਇਸ ਤਰ੍ਹਾਂ ਪਾਠ ਕਰਾਂਗੇ। ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਿਆ। ਸੁਆਲਿਓ ਲੱਲੇ ਦੇ ਪੈਰ ਵਿੱਚ ਉਦਾਤ ਲੱਗੀ ਹੋਈ ਹੈ, ਥੋੜ੍ਹਾ ਜਿਹਾ ਭਾਰਾ ਕਰਕੇ ਬੋਲਾਂਗੇ ਆਪਾਂ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਿਆ। ਪਿਆ, ਪਿਆ ਜਾਂ ਪਿਆ ਇਸ ਤਰ੍ਹਾਂ ਨਹੀਂ ਪੜ੍ਹਨਾ, ਪਿਆ। ਕਹੋ ਨਾਨਕ ਕਰਤੇ ਕੀਆ ਬਾਤਾ, ਜੋ ਕਿਛ ਕਰਨਾ ਸੋ ਕਰ ਰਹਿਆ। ਇਹ ਪਾਠ ਵੀ ਉਸੇ ਤਰ੍ਹਾਂ ਕਰਨਾ ਹੈ, ਰਹਿਆ, ਰਿਹਾ, ਰਹਾ ਇਸ ਤਰ੍ਹਾਂ ਨਹੀਂ ਕਰਨਾ, ਰਹਿਆ, ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਆਸਾ ਪਾਠ ਪੋਲਾ ਕਰਨਾ ਹੈ, ਆਸਾ ਨਹੀਂ ਕਹਿਣਾ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸੋ ਦਰ ਤੇਰਾ ਕੇਹਾ, ਸੋ ਘਰ ਕੇਹਾ। ਜਿਤ ਬਹਿ ਸਰਬ ਸਮਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੀਤੇ ਤੇਰੇ ਵਾਵਣ ਹਾਰੇ। ਪਾਠ ਆਇਆ ਅਸੰਖਾ, ਐੜਾ ਲਾਉਣਾ ਹੈ ਅਗੇਤਰ, ਪਰ ਜੇ ਆਪਾਂ ਧਿਆਨ ਨਹੀਂ ਰੱਖਦੇ, ਕੁਛ ਕੁ ਇਲਾਕਿਆਂ ਦੀ ਬੋਲੀ ਇਸ ਤਰ੍ਹਾਂ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਅਗੇਤਰਾਂ ਨੂੰ ਉਹ ਖਾ ਜਾਂਦੇ ਨੇ। ਜਿਸ ਤਰ੍ਹਾਂ ਸ਼ਬਦ ਅਸੰਖ ਆਇਆ ਅਤੇ ਉਹਦਾ ਜਿਹੜਾ ਐੜਾ ਹੈ ਉਹ ਖਾ ਜਾਣਾ। ਜਿਸ ਤਰ੍ਹਾਂ ਸ਼ਬਦ ਆਇਆ ਅਟਾਰੀ ਅਤੇ ਉਹਦਾ ਐੜਾ ਖਾ ਜਾਣਾ, ਇਕੱਲਾ ਅਟਾਰੀ ਕਹਿਣਾ। ਇਹ ਮਾਝੇ ਦੇ ਇਲਾਕੇ ਦੇ ਵਿੱਚ ਬਹੁਤਿਆਂ ਗੁਰਮੁਖਾਂ ਨੂੰ ਉਹਨਾਂ ਦਾ ਸੁਭਾਅ ਹੁੰਦਾ, ਉਹ ਇਸ ਤਰ੍ਹਾਂ ਸ਼ਬਦਾਂ ਨੂੰ ਖਾ ਜਾਂਦੇ ਨੇ। ਸੋ ਇਹ ਧਿਆਨ ਰੱਖਣਾ, ਗੁਰਬਾਣੀ ਪੜ੍ਹਨ ਵੇਲੇ ਜ਼ਰੂਰ ਧਿਆਨ ਰੱਖਣਾ। ਅਸੰਖਾ, ਅਨੇਕ ਅਸੰਖਾ। ਕੀਤੇ ਤੇਰੇ ਵਾਵਣ ਹਾਰੇ। ਕੀਤੇ ਤੇਰੇ ਰਾਗ ਪਰੀ ਸਿਉ ਕਹੀਐ, ਕੀਤੇ ਤੇਰੇ ਗਾਵਣ ਹਾਰੇ। ਕਹੀਐ
ਕਹੀਐ, ਇਹ ਧਿਆਨ ਨਾਲ ਪਾਠ ਕਰਨਾ ਹੈ। ਕਹੀਐ ਕੇਤੇ ਤੇਰੇ ਗਾਵਣ ਹਾਰੇ, ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਪਾਠ ਗਾਵਨ ਨੰਨੇ ਦੇ ਨਾਲ ਕਰਨਾ ਹੈ, ਨਾਣੇ ਦੇ ਨਾਲ ਨਹੀਂ ਕਰਨਾ। ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਜਾਣਨ ਲਿਖ ਲਿਖ ਧਰਮ ਵਿਚਾਰੇ। ਜਾਣਨ ਪਾਠ ਆਇਆ, ਜੱਜੇ ਨੂੰ ਕੰਨਾ ਨਾਣਾ ਤੇ ਨੰਨੇ ਨੂੰ ਸਿਹਾਰੀ, ਵਿਚਕਾਰ ਨਾਣਾ ਲਾਉਣਾ ਹੈ, ਨੰਨਾ ਅਖੀਰ ਵਿੱਚ ਲੱਗਣਾ ਹੈ। ਧਿਆਨ ਦੇ ਨਾਲੇ ਪਾਠ ਕਰਨਾ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆ ਦਰ ਨਾਲੇ। ਇੰਦਰ ਇੰਦਰਾਸਣ ਜਪਜੀ ਦੇ ਵਿੱਚ ਪਾਠ ਇੰਦ ਇਦਾਸਨ ਹੈ, ਰਹਿਰਾਸ ਦੇ ਵਿੱਚ ਪਾਠ ਇੰਦਰ ਇੰਦਰਾਸਣ। ਰਲ ਗੱਡ ਨਹੀਂ ਕਰਨਾ ਆਪਸ ਵਿੱਚ, ਇਹ ਬਹੁਤ ਧਿਆਨ ਦੇ ਨਾਲ ਪਾਠ ਕਰਨੇ ਹਨ। ਦੇਵਤਿਆ ਦਰ ਨਾਲੇ, ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਤ ਪੜਨ ਰਖੀਸੁਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਧਨੋ ਪੰਡਿਤ ਪੜਨ ਰਖੀਸੁਰ, ਪੜਨ ਦਾ ਵਾਚਕ ਹੈ, ਇਸ ਕਰਕੇ ਥੋੜ੍ਹਾ ਜਿਹਾ ਡਾੜੇ ਨੂੰ ਭਾਰਾ ਕਰਕੇ ਪੜਾਂਗੇ। ਗਾਵਨ ਤੁਧਨੋ ਪੰਡਿਤ ਪੜਨ ਰਖੀਸੁਰ, ਰਖੀਸੁਰ ਜੁਗ ਜੁਗ ਵੇਦਾ ਨਾਲੇ। ਗਾਵਨ ਤੁਧਨੋ ਮੋਹਣੀਆ ਮਨ ਮੋਹਨ, ਮੋਹਣੀਆ ਇਹ ਧਿਆਨ ਦੇ ਨਾਲ ਪਾਠ ਕਰਨਾ ਹੈ, ਨਾਣਾ ਲਾਉਣਾ ਹੈ, ਨੰਨਾ ਨਹੀਂ। ਗਾਵਨ ਤੁਧਨੋ ਮੋਹਣੀਆ ਬਿੰਦੀ ਲਾ ਸਕਦੇ ਹਾਂ, ਜੇ ਕੋਸ਼ਿਸ਼ ਹੋਵੇ ਬਿਨਾਂ ਬਿੰਦੀ ਤੋਂ ਪਾਠ ਕੀਤਾ ਜਾਵੇ ਤਾਂ ਜ਼ਿਆਦਾ ਵਧੀਆ ਰਹੇਗਾ। ਗਾਵਨ ਤੁਧਨੋ ਮੋਹਣੀਆ ਮਨ ਮੋਹਨ, ਜੇ ਲੱਗ ਜਾਵੇ ਤਾਂ ਕੋਈ ਐ ਨਹੀਂ ਕਹਿ ਸਕਦੇ ਕਿ ਗਲਤ ਹੋਇਆ, ਪਰ ਕੋਸ਼ਿਸ਼ ਕੀਤੀ ਜਾਵੇ ਬਿਨਾਂ ਬਿੰਦੀਆਂ ਤੋਂ ਹੀ ਪਾਠ ਕੀਤਾ ਜਾਵੇ। ਸੁਰਗ ਮੱਛ ਪਿਆਲੇ, ਪਿਆਲੇ ਇਹਨੂੰ ਪਿਆਲੇ ਨਹੀਂ ਕਹਿਣਾ, ਪਿਆਲੇ। ਗਾਵਨ ਤੁਧਨੋ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸੇਈ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਤੁਧਨੋ ਗਾਵਨ, ਸੇ ਮੈਂ ਚਿਤ ਨ ਆਵਨ। ਨਾਨਕ ਕਿਆ ਵਿਚਾਰੇ,
ਵਿਚਾਰੇ ਪਾਠ ਨਹੀਂ ਕਰਨਾ, ਵਿਚਾਰੇ। ਬੱਬੇ ਨੂੰ ਬਿਹਾਰੀ ਲੱਗੀ ਹੋਈ ਹੈ। ਕਾਹਲੀ ਵਿੱਚ ਕਈ ਵਾਰ ਪਾਠ ਕਰਦਿਆਂ ਕਈ ਗੁਰਮੁਖ ਜਨ ਸਿਹਾਰੀ ਦੀ ਵਰਤੋਂ ਕਰ ਜਾਂਦੇ ਹਨ। ਨਾਨਕ ਕਿਆ ਵਿਚਾਰੇ ਇਸ ਤਰ੍ਹਾਂ ਪੜ੍ਹ ਜਾਂਦੇ ਹਨ। ਵਿਚਾਰੇ ਪੜ੍ਹਨਾ ਹੈ। ਨਾਨਕ ਕਿਆ ਵਿਚਾਰੇ। ਕਈ ਜਨ ਕਿਆ ਨੂੰ ਵੀ ਕੀਆ ਪੜ੍ਹ ਜਾਂਦੇ ਨੇ, ਕੀਆ ਨਹੀਂ ਕਿਆ। ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਇਸ ਪੰਕਤੀ ਦਾ ਪਾਠ ਜਿਹੜਾ ਵਿਸ਼ਰਾਮ ਹੈ ਉਹ ਧਿਆਨ ਵਿੱਚ ਰੱਖਣਾ ਹੈ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਇਸ ਤਰ੍ਹਾਂ ਕਰਨਾ ਹੈ। ਕਈ ਗੁਰਮੁਖ ਜਨ ਵਿਸ਼ਰਾਮ ਅੱਗੇ ਪਿੱਛੇ ਲਾ ਕੇ ਕਰ ਜਾਂਦੇ ਹਨ। ਫਿਰ ਉਹ ਪਾਠ ਕਰਨ ਵੇਲੇ ਜਿਹੜਾ ਆਨੰਦ ਹੈ, ਜੋ ਚਾਲ ਹੈ, ਉਹ ਨਹੀਂ ਬਣਦੀ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਹੈ ਭੀ, ਇਹ ਦੋਨੋਂ ਪਾਠ ਅਲੱਗ ਅਲੱਗ ਕਰਕੇ ਪੜ੍ਹਨੇ ਹਨ, ਇਕੱਠੇ ਨਹੀਂ ਪੜ੍ਹਨੇ। ਇਕੱਠੇ ਪੜ੍ਹਾਂਗੇ ਤਾਂ ਇਹ ਪਾਠ ਹੈਪੀ ਬਣ ਜਾਏਗਾ, ਜਿਸ ਦਾ ਕੋਈ ਅਰਥ ਨਹੀਂ ਬਣਨਾ। ਹੈ ਮਤਲਬ ਪਹਿਲਾਂ ਵੀ ਸੀ, ਭੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਵਾਹਿਗੁਰੂ ਹੋਵੇਗਾ, ਹੁਣ ਵੀ ਹੈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜੋ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹ ਸਾਹਾ ਪਤ ਸਾਹਿਬ, ਨਾਨਕ ਰਜਾਈ। ਸੋ ਪਾਤ ਸਾਹ, ਸੱਸੇ ਨੂੰ ਕੰਨਾ ਲੰਬਾ ਕਰਾਂਗੇ ਤਾਂ ਹਾਹੇ ਦਾ ਜੋ ਔਂਕੜ ਹੈ ਉਹ ਵੀ ਬੋਲਿਆ ਜਾਵੇਗਾ। ਜੇ ਕਾਹਲੀ ਵਿੱਚ ਪਾਠ ਕਰਾਂਗੇ ਤਾਂ ਪਾਤ ਸਾਹੋ ਇਸ ਤਰ੍ਹਾਂ ਪੜ੍ਹਾਂਗੇ, ਔਂਕੜ ਦੀ ਜਗ੍ਹਾ 'ਤੇ ਹਾਹੇ ਨੂੰ ਹੋੜਾ ਲੱਗੇਗਾ। ਸੋ ਇਹ ਧਿਆਨ ਵਿੱਚ ਰੱਖਣਾ ਹੈ। ਸੋ ਪਾਤ ਸਾਹ ਸਾਹਾ ਪਤ ਸਾਹਿਬ, ਇੱਥੇ ਪਾਤ ਸਾਹਿਬ ਨਹੀਂ ਕਰਨਾ, ਕਿਉਂਕਿ ਪਾਤ ਸਾਹਿਬ ਪਾਠ ਜਪਜੀ ਸਾਹਿਬ ਦੇ ਵਿੱਚ ਹੈ, ਇੱਥੇ ਪਤ ਸਾਹਿਬ ਹੈ। ਸੋ ਪਾਤ ਸਾਹ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਰਹਿਣ ਰਜਾਈ ਇਸ ਤਰ੍ਹਾਂ ਪਾਠ ਕਰਨਾ ਹੈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।